ਅਸੀਂ ਦੇਖ ਰਹੇ ਸੀ ਕੱਲ ਕਰੂਬਾਂ ਦੇ ਬਾਰੇ ਵਿਸ਼ੇ ਦੇ ਵਿੱਚ, ਔਰ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤਾ ਸੀਗਾ ਪਰਦੇ ਔਰ ਮਸੀਹ ਦੇ ਵਿੱਚ ਅੰਤਰ। ਪਰਦੇ ਅਤੇ ਮਸੀਹ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ। ਉਹਦੇ ਲਈ ਲਿਖ ਲਓ ਕੂਚ 26 ਅਧਿਆਇ ਉਹਦੀ 33 ਆਇਤ। ਕੂਚ ਦੀ ਕਿਤਾਬ 26 ਅਧਿਆਇ ਉਹਦੀ 33 ਆਇਤ। कूच की किताब 26 अध्याय उसकी 33 है। और बीच वाले पर्दे को अंकड़ियों के नीचे लटकाकर उसकी आड़ में साक्षी पत्र का संदूक भीतर लिवा ले जाना, सो वह बीच वाला पर्दा तुम्हारे लिए पवित्र स्थान को परम पवित्र स्थान से अलग किए रहे। सो ਇਹਦੇ ਵਿੱਚ ਜਿਹੜਾ ਵਿੱਚ ਵਾਲਾ ਇਹ ਪਰਦਾ ਆ, ਇਹਦੇ ਵਿੱਚ ਤੇ ਅਸੀਂ ਮਸੀਹ ਦੇ ਵਿੱਚ ਕੀ ਫਰਕ ਦੇਖਦੇ ਹਾਂ, ਅੰਤਰ ਕੀ ਦੇਖਦੇ ਹਾਂ। ਇਹ ਜਿਹੜਾ ਪਰਦਾ ਆ ਇਹ ਪਵਿੱਤਰ ਸਥਾਨ ਨੂੰ ਅਤੀ ਪਵਿੱਤਰ ਸਥਾਨ ਤੋਂ ਕੀ ਕਰਦਾ ਆ, ਅਲੱਗ ਕਰਦਾ। ਹਾਲੇਲੂਇਆ। ਔਰ ਇਹ ਜਦੋਂ ਤਿਆਰ ਕਰਕੇ ਲਗਾ ਦਿੱਤਾ ਗਿਆ ਤੇ ਉਹ ਸਦਾ ਦੇ ਲਈ ਜਿੰਨਾ ਟਾਈਮ ਤੱਕ ਮਸੀਹ ਨਹੀਂ ਆਏ ਉਹ ਪਰਦੇ ਨੇ ਕੀ ਕੀਤਾ, ਅਲੱਗ ਕਰਕੇ ਹੀ ਰੱਖਿਆ। ਹਾਲੇਲੂਇਆ। ਲੇਕਿਨ ਮਸੀਹ ਨੇ ਜਦੋਂ ਪਰਦੇ ਦੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰ ਲਿਆ ਤੇ ਉਹਨੇ ਕੀ ਕੀਤਾ, ਆਪਣੇ ਆਪ ਨੂੰ ਪਾੜ ਦਿੱਤਾ। ਹਾਲੇਲੂਇਆ। ਪਾੜ ਦਿੱਤਾ ਤੇ अलग नहीं करके रखा, पवित्र स्थान और अति पवित्र स्थान को करता, एक करता। हालेलुया, हालेलुया। सो लिख लो पर्दा अलग करता है पर यीशु मिलाਉਂਦਾ है। सो यीशु के द्वारा की हो गया, मेल हो गया। जिन्नी देर तक धरती का महाजाजक ਉਹਦੇ अंदर ਜਾਂਦਾ ਸੀ ਸਾਲ 'ਚ ਇੱਕ ਵਾਰੀ ਤੇ ਮੇਲ ਨਹੀਂ ਸੀ ਹੁੰਦਾ, ਉਹ ਜਿਹੜਾ ਅਲੱਗ ਪਾਨਿਆ ਉਹ ਬਣਿਆ ਰਹਿੰਦਾ ਸੀਗਾ, फर्क बनया रहिंदा सीगा। पर यीशु मसीह ने उस फर्क को मिटा दिता। यीशु मसीह ने की कीता, मिलाया। सो पर्दा की करदा है, अलग करदा। यीशु की करदा है, मिलाउंदा है। हालेलुया। दूसरी गल लिख लो, पर्दा जानवरां दा लहू मंगदा है। पर्दा असल विच की बोल रहा उस जगह ते, भाई लहू बगैर नहीं एंट्री। हालेलुया। सो पर्दा की कर रहा है, लहू मंगदा जानवरां। पर यीशु अपनी जान यानी लहू दिंदा है। पर्दा लहू मंगदा तो दूसरे शब्दों में क्या, जान मंगदा। हालेलुया। और इतनी प्रभु की कर रहा है, वो अपनी जान दे रहा, अपना लहू की कर रहा है, बहा रहा है। अंतर ही है। वो पर्दा जिहड़ा है लहू मंगदा है, अपना लहू दिंदा, अपना लहू दे भी सकदा नहीं। पर यीशु मसीह ऐसा पर्दा है जिहदे विच की आ, लहू। हालेलुया। वो पर्दा पर्दा ही है, पर यीशु मसीह जिहड़ा पर्दा है उहदे विच बहुत सारे सिस्टम है। हालेलुया। इसलिए यीशु मसीह की करदा है, अपना लहू दिंदा है। नंबर 3, पर्दा लोकां वालों तैयार किया गया, पर मसीह खुदा वालों। हालेलुया। मसीह परमेश्वर वालों तैयार होकर आया। नंबर 4, पर्दा दोषी ठहराउंदा। ये वचन जिहड़े आ ये पॉइंटां दे नाल मैं तुहानूं बाद विच दे दूंगा। ठीक है जी, वचन मैं ले नहीं विचों, सो तुसीं ये हिंट लिख लो, वचन दे दूंगा जिद्दां मेरे को टाइम लगूगा मैं वचन। सो चौथा की आ, पर्दा की करदा है, दोषी ठहराउंदा। पर्दे दे सामने जिहड़ा जांदा, भाई ना दोषी है तू, ਇਹਦਾ अगला मुकाम तू देख सकदा, ਉਹਦੇ ਵਿੱਚ एंटर हो सकदा, ਉਹਦੇ ਵਿੱਚ तू कुछ भी कर सकदा नहीं। पर्दा दोषी ठहराउंदा, पर मसीह निर्दोष ठहराउंदा। मसीह सानू किते ठहराउंदा भला, मसीह विच और पर्दे विच यह अंतर है, फर्क है। नंबर 5, पर्दा धूफ मंगदा।
ਉੱਤੇ ਧੂਫ ਨਾਲ ਲੈ ਕੇ ਜਾਂਦਾ ਸੀ ਜਿਹੜਾ ਜਾਜਕ ਸੀਗਾ। ਇੱਕ ਹੱਥ ਵਿੱਚ ਲਹੂ ਆ, ਇੱਕ ਹੱਥ ਵਿੱਚ ਕੀ ਆ, ਧੂਫ ਆ। ਪਰਦਾ ਧੂਫ ਮੰਗਦਾ ਆ, ਪਰ ਯਿਸੂ ਨੇ ਖੁਦ ਨੂੰ ਧੂਫ ਵਾਂਗ ਚੜਾ ਦਿੱਤਾ। ਯਿਸੂ ਨੇ ਕੀ ਕੀਤਾ ਹੈ? ਯਿਸੂ ਰੂਪੀ ਪਰਦੇ ਨੇ ਖੁਦ ਨੂੰ ਕੀ ਕਰਤਾ ਹੈ? ਧੂਫ ਵਾਂਗ ਧੁਖਾ ਦਿੱਤਾ, ਆਪਣੇ ਆਪ ਨੂੰ ਸਾੜ ਦਿੱਤਾ, ਖੋਲ ਦਿੱਤਾ, ਪਾੜ ਦਿੱਤਾ, ਤਾਂ ਕਿ ਸਾਡੀ ਐਂਟਰੀ ਹੋ ਜਾਏ। ਸੋ ਇਹ ਸੀਗਾ 8ਵਾਂ ਸਟੈਪ, ਜਿਹੜਾ ਪਰਦੇ ਅਤੇ ਮਸੀਹ ਦੇ ਵਿੱਚ ਅੰਤਰ। ਹੁਣ 9ਵੀਂ ਗੱਲ ਜਿਹੜੀ ਆਪਾਂ ਲਿਖਣੀ ਆ, 9ਵੀਂ ਗੱਲ ਜਿਹੜੀ ਲਿਖਣੀ, ਮੈਂ ਰਿਪੀਟ ਕਰ ਕਰਕੇ ਚੱਲੂੰਗਾ ਤਾਂ ਕਿ ਆਪਾਂ ਨੂੰ ਗੱਲਾਂ ਸਾਰੀਆਂ ਸਮਝ ਆਉਂਦੀਆਂ ਰਹਿਣ, ਥੋੜਾ ਬਹੁਤਾ ਯਾਦ ਰਵੇ ਕਿ ਅਸੀਂ ਆ ਜਿਹੜਾ ਵਿਸ਼ੇ ਵਿੱਚ ਹਾਂ। ਹੁਣ ਅਸੀਂ ਇਸ ਸੀਜ਼ਨ ਦੇ ਵਿੱਚ, ਇਸ ਸਾਲ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਆ, ਉਹ ਹੈਗਾ ਆ ਪਰਦਾ, ਮਿਲਾਪ ਵਾਲੇ ਤੰਬੂ ਦੇ ਵਿੱਚ ਪਵਿੱਤਰ ਸਥਾਨ ਔਰ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਪਰਦਾ ਹੈ। ਇਹਦੇ ਵਿੱਚ ਜਿੰਨੇ ਵੀ ਆਪਾਂ ਮੰਨ ਲਓ ਵਿਸ਼ੇ ਸਿੱਖੇ ਆ, ਮੇਰਾ ਖਿਆਲ 100 ਤੋਂ ਉੱਤੇ ਵਿਸ਼ੇ ਹੋ ਗਏ ਹੋਣੇ, ਉਹ ਸਾਰੇ ਕਿਹਦੇ ਨਾਲ ਤਾਲੁਕ ਰੱਖਦੇ ਆ? ਪਰਦੇ ਨਾਲ। ਹਾਲੇਲੂਇਆ। ਔਰ ਇਹ ਜਿਹੜਾ ਪਰਦਾ ਆ, ਇਹਦੇ ਤੋਂ ਆਪਾਂ ਦੇਖਦੇ ਹਾਂ ਇਹ ਅਸਲ 'ਚ ਦਿਖਾਉਂਦਾ ਕਿਹਨੂੰ ਆ? ਮਸੀਹ ਨੂੰ। ਪਰ ਮਸੀਹ ਦੇ ਕਿਹੜੇ ਹਿੱਸੇ ਨੂੰ? ਮਸੀਹ ਦੀ ਸੇਵਾ ਦੀ, ਕੁਰਬਾਨੀ ਦੀ, ਹਨਾ, ਜਿਹੜਾ ਉਹਨੇ ਕੁਰਬਾਨ ਹੋਇਆ ਸਾਡੇ ਲਈ, ਉਸ ਹਿੱਸੇ ਨੂੰ ਦਿਖਾਉਂਦਾ। ਤੇ ਇਹਦੇ ਵਿੱਚ ਆਪਾਂ ਫਿਰ ਕੀ ਕੁਝ ਸਿੱਖਿਆ, ਉਹਦੇ ਵਿੱਚ ਆਪਾਂ ਸਟੈਪ ਬਾਈ ਸਟੈਪ ਕੁਝ ਰੂਪ ਦੇਖਦੇ ਆਏ ਆ। ਪਹਿਲਾ ਸੀਗਾ ਸਲੀਬ ਤੇ ਦਿੱਤੀ ਜਾਨ ਦਾ ਪ੍ਰਤੀਕ, ਦੂਸਰਾ ਸੀਗਾ ਪਰਦਾ ਅਲੱਗਤਾਈ ਦਾ ਪ੍ਰਤੀਕ ਆ, ਯਾਨੀ ਪਵਿੱਤਰ ਸਥਾਨ ਤੋਂ ਅਤੀ ਪਵਿੱਤਰ ਸਥਾਨ ਨੂੰ ਕੀ ਕਰਦਾ? ਅਲੱਗ ਕਰਦਾ। ਔਰ ਫਿਰ ਤੀਸਰਾ ਸੀਗਾ ਪਰਦੇ ਤੱਕ ਪਹੁੰਚਣ ਦੀ ਯੋਗਤਾ ਕੀ ਹੋਣੀ ਆ। ਚੌਥਾ ਸੀਗਾ ਪਰਦੇ ਲਈ ਆਗਿਆ ਹੈ ਕਿ ਕਿਵੇਂ ਟੰਗਣਾ ਹੈ। ਪੰਜਵਾਂ ਸੀਗਾ ਪਰਦਾ ਦੋ ਹਿੱਸੇ ਹੋਣਾ। ਦੋ ਹਿੱਸੇ ਹੋਣ ਤੋਂ ਕੀ ਭਾਵ ਸੀਗਾ, ਯਾਨੀ ਕਿ ਰਿਲੇਟਡ ਕਿਹਦੇ ਨਾਲ? ਸਾਰੀਆਂ ਗੱਲਾਂ ਪਰਦੇ ਦੇ ਨਾਲ। ਔਰ ਸੱਤਵਾਂ ਸੀਗਾ ਪਰਦਾ ਕਿਵੇਂ ਬਣਿਆ। ਔਰ ਅੱਠਵਾਂ ਹੁਣ ਆਪਾਂ ਦੇਖ ਕੇ ਆਤੇ ਹਾਂ ਪਰਦੇ ਅਤੇ ਮਸੀਹ ਦੇ ਵਿੱਚ ਅੰਤਰ। ਹਾਲੇਲੂਇਆ। ਇਹ ਜਿਹੜੇ ਆਪਣੇ ਆ 8 ਸਟੈਪ ਹੁਣ ਤੱਕ ਆਪਾਂ ਦੇਖ ਚੁੱਕੇ ਹਾਂ। ਸੋ ਇਹਦੇ ਵਿੱਚ ਜਿਹੜਾ ਆ, ਇਹਨਾਂ ਸਟੈਪਾਂ ਦੇ ਵਿੱਚ ਤੁਸੀਂ ਜਿੱਦਾਂ ਲਿਖ ਲਿਆ, ਪੱਕੇ ਕੰਮ ਦੀ ਕਾਪੀ ਦੇ ਵਿੱਚ ਜੋ ਤੁਸੀਂ ਲਿਖਣਾ ਆ, ਇਹ ਜਿਹੜੇ ਸਟੈਪ ਹੈ ਨਾ ਥੋੜੇ ਅੱਗੇ ਪਿੱਛੇ ਆ, ਇਹਨਾਂ ਆਪਾਂ ਸੀਰੀਅਲ ਵਾਈਜ਼ ਹੀ ਕਰ ਦੇਣਾ, ਜਿੱਦਾਂ ਵੀ ਯਾਨੀ ਕਿ ਜਿਹੜੀ ਕਿਹੜੀ ਗੱਲ ਤੋਂ ਬਾਅਦ ਕਿਹੜਾ ਸਟੈਪ ਆਉਂਦਾ ਹੈ, ਉਹਦੇ ਤੇ ਤੁਸੀਂ ਕੀ ਕਰਨਾ, ਉਹਨੂੰ ਜੇ ਪੱਕੇ ਤੇ ਚੜਾ ਵੀ ਲਿਆ ਹੋਗਾ, ਪੱਕੇ ਤੇ ਜਿਹੜਾ ਪੁਆਇੰਟ ਦਾ ਨੰਬਰ ਹੈ ਨਾ, ਸਿਰਫ ਨੰਬਰ ਉੱਥੋਂ ਤੁਸੀਂ ਮਿਟਾ ਕੇ ਤੇ ਅੱਗੇ ਪਿੱਛੇ ਦਾ ਨੰਬਰ ਲਾ ਦੇਣਾ ਵੀ ਆਹ ਤੀਸਰੀ ਸਟੈਪ ਦਾ। ਹਾਲੇਲੂਇਆ। ਸੋ ਉਹ ਕਿੱਦਾਂ ਆ, ਜਿੱਦਾਂ ਇਹਦੇ ਵਿੱਚ ਚੌਥਾ ਸਟੈਪ ਇੱਕ ਆਇਆ ਨਾ ਪਰਦੇ ਲਈ, ਤੀਸਰਾ ਪਰਦੇ ਤੱਕ ਪਹੁੰਚਣ ਦੀ ਜਿਹੜੀ ਯੋਗਤਾ, ਇਹ ਅਸਲ ਵਿੱਚ ਆਪਾਂ ਕਿੱਥੇ ਲਿਆਉਣੀ ਆ? ਲਾਸਟ ਤੇ। ਕਿੱਥੇ ਲੈ ਕੇ ਆਉਣੀ ਆ? ਲਾਸਟ ਨੰਬਰ। ਕਿ ਸਾਰਾ ਹੁਣ ਇਹਦੇ ਲਈ ਯੋਗਤਾ ਕੀ ਹੋਣੀ ਹੈ, ਜਿਹਨੇ ਇਹਦੇ 'ਚ ਐਂਟਰੀ ਕਰਨੀ ਆ, ਜਾਂ ਇਹਨੂੰ ਪਹਿਨਣਾ ਹੈ, ਜਾਂ ਇਹ ਬਣਨਾ ਪੜਦਾ, ਉਹਦੇ ਲਈ ਯੋਗਤਾ ਜਿਹੜਾ ਆਪਾਂ ਸਿੱਖ ਚੁੱਕੇ ਹਾਂ, ਪਰ ਉਹਦੇ ਸਟੈਪ ਬਾਈ ਸਟੈਪ। ਹਾਲੇਲੂਇਆ। ਸੋ ਆਓ ਹੁਣ ਆਪਾਂ 9ਵਾਂ ਸਟੈਪ ਇਹਦਾ ਦੇਖਦੇ ਹਾਂ, ਕਦਮ ਪਰਦੇ ਦਾ। ਤੇ 9ਵੀਂ ਗੱਲ ਕੀ ਬੋਲ ਰਿਹਾ ਪਰਦਾ, ਇਹਦੇ ਵਿੱਚ ਆਪਾਂ ਸਿੱਖਾਂਗੇ ਮਸੀਹ ਅਤੇ ਹਾਰੂਨ ਵਿੱਚ ਅੰਤਰ। ਹੁਣ ਆਪਾਂ ਪਹਿਲਾਂ ਕੀ ਸਿੱਖਿਆ ਆ? ਪਰਦੇ ਔਰ ਮਸੀਹ ਦੇ ਵਿੱਚ ਅੰਤਰ। ਹੁਣ ਮਸੀਹ ਦੇ ਵਿੱਚ ਤੇ ਕਿਹਦੇ ਵਿੱਚ ਅੰਤਰ ਦੇਖਣਾ ਆ? ਯਾਨੀ ਕਿ ਮਸੀਹ ਰੂਪੀ ਪਰਦੇ ਵਿੱਚ ਤੇ ਹਾਰੂਨ ਦੇ ਵਿੱਚ ਕੀ ਆ? ਅੰਤਰ ਹੈ। ਸੋ ਹਾਰੂਨ ਜਿਹੜਾ ਆ ਉਹ ਵੀ ਇਹਦੇ ਅੰਦਰ ਜਾਂਦਾ ਆ। ਕਿੰਨੀ ਵਾਰੀ? ਸਾਲ 'ਚ ਇੱਕ ਵਾਰੀ। ਕੀ ਕਰਕੇ? ਆਪਣੇ ਲਈ ਵੀ, ਪਰਿਵਾਰ ਲਈ ਵੀ, ਕਲੀਸਿਆ ਲਈ ਵੀ, ਸਾਰੇ ਝੁੰਡ ਲਈ ਵੀ। ਹਾਲੇਲੂਇਆ। ਔਰ ਜੇਕਰ ਕਿਤੇ ਉਹ ਜੇ ਰਹਿ ਗਿਆ ਕੁਛ ਤੇ ਫਿਰ ਉਹ ਸਾਰਾ ਪ੍ਰੋਗਰਾਮ ਕਹਿਰ ਉਹਦੇ ਤੇ ਪੈ ਜਾਣਾ। ਸੋ ਸਾਲ 'ਚ ਇੱਕ ਵਾਰੀ ਜਾਂਦਾ ਹੈ। ਸੋ ਮਸੀਹ ਕੀ ਕੀਤਾ ਆ? ਇੱਕੋ ਵਾਰੀ ਜਾ ਕੇ ਉਹਨੇ ਕੰਮ ਕੀ ਕਰਤਾ? ਸਾਰਾ ਹੀ ਫਿਨਿਸ਼ ਕਰ ਦਿੱਤਾ। ਸੋ ਅਸੀਂ ਹੁਣ ਦੇਖਾਂਗੇ ਉੱਥੇ ਜਿਹੜਾ ਹਾਰੂਨ ਜਿਹੜਾ ਇਸ ਪਰਦੇ ਦੇ ਅੰਦਰ ਜਾ ਕੇ ਸੇਵਾ ਕਰਦਾ, ਹਾਰੂਨ ਦੇ ਵਿੱਚ ਤੇ ਮਸੀਹ ਦੇ ਵਿੱਚ ਕੀ ਅੰਤਰ ਹੈ। ਸਮਝ ਆ ਰਹੀ ਗੱਲ? ਹਾਲੇਲੂਇਆ। ਸੋ ਆ ਜਾਓ
लिख लिया तुसी? इब्रानियां 7:19 पढ़ो तो यार। इब्रानी 7:19 है। इसलिए कि व्यवस्था ने किसी बात की सिद्धि नहीं की हाँ। और उसके स्थान पर एक ऐसी उत्तम आशा रखी गई है जिसके द्वारा हम परमेश्वर के समीप जा सकते हैं। हाँ ठीक है जी। पंजाबी च भी देख दो माड़ा है वो क्लियर हो। क्योंकि शरा ने कुछ भी संपूर्ण नहीं किया। हाँ शरा ਜਿਹੜੀ ਸੀਗੀ ਉਹਨੇ ਕੁਝ ਵੀ ਸੰਪੂਰਨ ਨਹੀਂ ਕੀਤਾ, ਪੂਰਾ ਨਹੀਂ ਕੀਤਾ ਕੁਝ ਵੀ। ਸ਼ਰਾ ਨੇ ਕੁਝ ਵੀ ਨਹੀਂ ਪੂਰਾ ਕੀਤਾ। ਉਹਦੇ ਚ ਹਰ ਗੱਲ ਜਿਹੜੀ ਪਾਈ ਗਈ ਆ ਉਹ ਕਿ ਅਧੂਰੀ ਪਾਈ ਗਈ। ਯਾਨੀ ਕਿ ਦੂਸਰੇ ਸ਼ਬਦਾਂ ਵਿੱਚ ਹਰ ਗੱਲ ਅਗਰ ਸ਼ਰਾ ਚ ਪਾਈ ਗਈ ਤਾਂ ਸਿਰਫ ਪਰਛਾਵਾਂ ਪਾਇਆ ਗਿਆ। ਕੀ ਪਾਇਆ ਗਿਆ? ਪਰਛਾਵਾਂ। ਪਰ ਪਰਛਾਵੇਂ ਦਾ ਅਸਲੀ ਵਜੂਦ ਉਹਦੇ ਵਿੱਚ ਹੈਗਾ ਨਹੀਂ। ਕਿਸੇ ਗੱਲ ਨੂੰ ਉਹਨੇ ਕਿਸੇ ਵੀ ਗੱਲ ਨੂੰ ਉਹਨੇ ਪੂਰਾ ਨਹੀਂ ਕੀਤਾ ਸ਼ਰਾ ਨੇ। ਹਾਂ ਅਤੇ ਉਹਦੇ ਥਾਂ ਉਸ ਨਾਲੋਂ ਇੱਕ ਚੰਗੀ ਆਸ਼ਾ ਰੱਖੀ ਪਈ ਹੈ ਜਿਹਦੇ ਰਾਹੀਂ ਅਸੀਂ ਪਰਮੇਸ਼ਵਰ ਦੇ ਨੇੜੇ ਅਪੜਦੇ ਹਾਂ। ਹਾਂ ਹਾਲੇਲੂਇਆ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਮਸੀਹ ਜਿਹੜਾ ਆ ਹਾਰੂਨ ਦੇ ਵਿੱਚ ਕੀ ਫਰਕ ਆ, ਕਿਉਂਕਿ ਮਸੀਹ ਹਾਰੂਨ ਦੇ ਨਾਲੋਂ ਕੀ ਆ? ਸ੍ਰੇਸ਼ਟ ਆ, ਉੱਤਮ ਆ। ਔਰ ਕਿਹੜੀਆਂ ਕਿਹੜੀਆਂ ਗੱਲਾਂ ਦੇ ਵਿੱਚ ਆ? ਨੰਬਰ 1 ਸਿੱਧ ਬਣਾਉਂਦਾ ਹੈ। ਮਸੀਹ ਕੀ ਬਣਾਉਂਦਾ ਹੈ ਭਲਾ? ਸਿੱਧ ਬਣਾਉਂਦਾ। 7 ਅਧਿਆਏ ਇਬਰਾਨੀਆਂ 7 ਅਧਿਆਏ ਉਹਦੀ 11 ਆਇਤ ਪੜ੍ਹੀ ਪਹਿਲਾਂ। इब्रानियों 11 अध्याय की 7 अध्याय की 11 है। यदि लेवीय याजक पद के द्वारा सिद्धि प्राप्त हो सकती, हाँ। जिसके सहारे लोगों को व्यवस्था मिली थी, तो फिर क्या आवश्यकता थी कि दूसरे याजक मलिसिदिक की रीति पर खड़ा हो और हारून की रीति का नाम कहलाए। हाँ हारून दी रीति का नाम है। ਇਹਦਾ ਮਤਲਬ ਜਿਹੜਾ ਹਾਰੂਨ ਦੀ ਰੀਤੀ ਦਾ ਜਾਜਕ ਸੀਗਾ ਉਹਦੇ ਦੁਆਰਾ ਸਿੱਧਤਾ ਮਿਲਦੀ ਨਹੀਂ ਸੀ। ਹਾਲੇਲੂਇਆ। ਪਹਿਲੀ ਗੱਲ ਆ ਕੀ ਬਣਾਉਂਦਾ ਆ? ਮਸੀਹ ਕੀ ਬਣਾਉਂਦਾ ਆ? ਇੱਕ ਮਹਾਜਾਜਕ ਮਸੀਹ ਆ, ਇੱਕ ਕੌਣ ਆ? ਹਾਰੂਨ ਆ। ਹਾਲੇਲੂਇਆ। ਤੇ ਹਾਰੂਨ ਜਿਹੜਾ ਆ ਉਹ ਸਿੱਧ ਬਣਾਉਂਦਾ ਨਹੀਂ। ਉਹਦੀ ਪੂਜਾ ਪੁਜਾਰੀ ਦੇ ਬਾਵਜੂਦ ਵੀ ਕੋਈ ਸਿੱਧ ਬਣਦਾ ਨਹੀਂ। ਹਾਲੇਲੂਇਆ। ਸੋ 19 ਆਇਤ ਮੇਰੀ ਪੜ੍ਹੀਏ ਇਸੇ ਗੱਲ ਨੂੰ ਪਹਿਲੇ ਪੁਆਇੰਟ ਨੂੰ ਸਮਝਣ ਲਈ। 19 है इसलिए कि व्यवस्था ने किसी बात की सिद्धि नहीं की, हाँ। और उसके स्थान पर एक ऐसी उत्तम आशा रखी गई है जिसके द्वारा हम परमेश्वर के समीप जा सकते हैं। हाँ उत्तम आशा रखी गई आ ਜਿਹਦੇ ਦੁਆਰਾ ਅਸੀਂ ਕੀ ਕਰਦੇ ਹਾਂ? ਮਸੀਹ ਦੇ ਸਮੀਪ ਜਾਂਦੇ ਹਾਂ, ਲਾਗੇ ਜਾਂਦੇ ਹਾਂ ਖੁਦਾ ਦੇ। ਉਹ ਕੌਣ ਆ? ਉੱਤਮ ਆਸ਼ਾ ਕੌਣ ਆ? ਯਿਸੂ ਮਸੀਹ ਆ। ਔਰ ਇਬਰਾਨੀਆਂ 10 ਅਧਿਆਇ ਦੀ 14 ਆਇਤ ਵੀ ਪੜ੍ਹੋ। ਇਸੇ ਗੱਲ ਦੇ ਥੱਲੇ ਤਾਂ ਲਿਖੀ ਚਲੋ, ਐਤਾਂ ਦਾ ਹਿੰਟ ਲਿਖਣ ਦੀ ਲੋੜ ਨਹੀਂ ਕਿਉਂਕਿ ਉਹ ਹਿੰਟ ਸਾਰਾ ਇਧਰ ਨੂੰ ਕਰਦਾ ਹੈ। क्योंकि उसने एक ही चढ़ावे के द्वारा उन्हें जो पवित्र किए जाते हैं हाँ। सर्वदा के लिए सिद्ध कर दिया है। हाँ ਹਾਰੂਨ ਆਪਣੇ ਜਦੋਂ ਤੋਂ ਠਹਿਰਾਇਆ ਗਿਆ ਆ, ਅੱਗੇ ਕਿੰਨੇ ਸਾਲ ਉਹਦੀ ਸੇਵਕਾਈ ਚੱਲੀ, ਕਿੰਨੀ ਉਮਰ ਉਹਨੂੰ ਮਿਲੀ, ਉਹਦੇ ਦਰਮਿਆਨ ਹਰ ਸਾਲ ਉਹ ਕੀ ਕਰਦਾ ਰਿਹਾ ਭਲਾ? ਬਲੀਦਾਨ ਕਰਦਾ ਰਿਹਾ। ਔਰ ਬਲੀਦਾਨ ਵੀ ਕਿਹਦਾ ਕਰਦਾ ਰਿਹਾ? ਜਾਨਵਰਾਂ। ਹਾਲੇਲੂਇਆ। ਪਰ ਯਿਸੂ ਮਸੀਹ ਨੇ ਕੀ ਕੀਤਾ ਆ? ਇੱਕੋ ਵਾਰ ਆਪਣਾ ਹੀ ਬਲੀਦਾਨ ਕੀ ਕਰਦਾ ਆ? ਚੜਾ ਕੇ ਉਹ ਚਲਾ ਗਿਆ। ਹਾਲੇਲੂਇਆ। ਸੋ ਯਿਸੂ ਮਸੀਹ ਦੇ ਆਪਣੇ ਬਲੀਦਾਨ ਦੇ ਕਾਰਨ ਸਾਨੂੰ ਕੀ ਮਿਲ ਗਈ ਆ? ਸਿੱਧਤਾ। ਜਾਨਵਰਾਂ ਦੇ ਬਲੀਦਾਨ ਦੇ ਨਾਲ ਸਿੱਧਤਾ ਮਿਲੀ ਨਹੀਂ। ਲੋਕੀ ਤਾਂ ਅੱਜ ਵੀ ਜਾਨਵਰ ਚੜਾਉਂਦੇ ਨੇ। ਹਾਲੇਲੂਇਆ। ਜਾਨਵਰਾਂ ਦੇ ਨਾਲ ਸਿੱਧਤਾ ਮਿਲਦੀ ਨਹੀਂ, ਕਿਉਂਕਿ ਸਿੱਧਤਾ ਕਿਹਨੂੰ ਕਿਹਾ ਜਾਂਦਾ ਹੈ? ਜਦੋਂ ਪ੍ਰਾਣ ਤੇ ਆਤਮਾ ਵਿੱਚ ਕੀ ਆ ਜਾਂਦਾ ਆ? ਸ਼ੁੱਧੀਕਰਨ ਆ ਜਾਂਦਾ। ਹਾਲੇਲੂਇਆ। ਉਹਨੂੰ ਕੀ ਕਹਿੰਦੇ ਆ? ਸਿੱਧਤਾ ਕਹਿੰਦੇ ਆ।
ਹਾਲੇਲੂਇਆ। ਪ੍ਰਾਣ ਸ਼ੁੱਧ ਹੋ ਜਾਂਦਾ, ਆਤਮਾ ਪਵਿੱਤਰ ਹੋ ਜਾਂਦਾ, ਇਹਨੂੰ ਕੀ ਕਹਿੰਦੇ ਆ? ਸਿੱਧਤਾ ਕਹਿੰਦੇ ਆ। ਸੋ ਇਹ ਸਿੱਧਤਾ ਕਿੱਦਾਂ ਆਉਣੀ ਸੀਗੀ? ਜਾਨਵਰਾਂ ਦੇ ਲਹੂ ਦੇ ਨਾਲ ਨਹੀਂ ਸੀ ਹੋਣੀ, ਇਨਸਾਨ ਦੇ ਲਹੂ ਦੇ ਨਾਲ ਹੋਣੀ ਸੀ। ਪਰ ਇਨਸਾਨ ਕਿੱਦਾਂ ਦਾ ਚਾਹੀਦਾ ਸੀਗਾ? ਸਿੱਧੀ ਇਨਸਾਨ ਚਾਹੀਦਾ ਸੀਗਾ। ਤੇ ਉਹ ਫਿਰ ਧਰਤੀ ਤੋਂ ਕੋਈ ਮਿਲਿਆ ਨਹੀਂ, ਅਸਮਾਨ ਤੋਂ ਖੁਦਾ ਨੇ ਆਪਣੇ ਸ਼ਬਦ ਨੂੰ ਦੇਹ ਪਵਾ ਕੇ ਧਰਤੀ ਤੇ ਭੇਜਿਆ। ਤੇ ਉਹ ਦੇਹ ਪਹਿਨਿਆ ਹੋਇਆ ਸ਼ਬਦ ਨੇ ਜਦੋਂ ਬਲੀਦਾਨ ਕੀਤਾ ਤੇ ਉਹਦੇ ਲਹੂ ਦੇ ਵਿੱਚ ਇਨਸਾਨ ਦਾ ਕੋਈ ਵੀ ਅੰਸ਼ ਹੈਗਾ ਨਹੀਂ ਸੀ। ਉਹ ਨਿਰਦੋਸ਼ ਲਹੂ ਸੀ, ਜਿਹਦੇ ਕਾਰਨ ਕਿ ਉਹ ਵੀ ਸਾਨੂੰ ਸਿੱਧਤਾ ਮਿਲੀ। ਹਾਲੇਲੂਇਆ। ਦੂਸਰੀ ਗੱਲ, ਹੁਣ ਗੱਲ ਆਪਣੀ ਚੱਲ ਰਹੀ ਆ ਮਸੀਹ ਮਹਾਜਾਜਕ ਔਰ ਹਰੂਨ ਮਹਾਜਾਜਕ ਦੇ ਵਿੱਚ ਅੰਤਰ। ਔਰ ਇਹਦੇ ਵਿੱਚ ਆਪਾਂ ਦੇਖਦੇ ਹਾਂ ਮਸੀਹ ਜਿਹੜਾ ਆ ਉਹ ਹਰੂਨ ਦੇ ਨਾਲੋਂ ਕੀ ਆ? ਉੱਤਮ ਆ, ਸ੍ਰੇਸ਼ਟ। ਇਬਰਾਨੀਓ 6 ਉਹਦੀ 20 ਐਤ ਦੀ। ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪ੍ਰਵੇਸ਼ ਕੀਤਾ, ਹਾਂ। ਜਿਹੜਾ ਮਲਕਸੀਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਪ੍ਰਧਾਨ ਜਾਜਕ ਬਣਿਆ। ਹਾਂ, ਹਾਲੇਲੂਇਆ। ਸੋ ਉਹ ਕੌਣ ਆ? ਉੱਚੀ ਪਦਵੀ ਦਾ ਮਾਲਕ ਹੋਇਆ। ਦੇਖੋ, ਪਹਿਲੀ ਗੱਲ ਤਾਂ ਉਹ ਸਿੱਧ ਬਣਾਉਂਦਾ ਜਿਹੜਾ ਮਸੀਹ ਮਹਾਜਾਜਕ ਆ। ਦੂਸਰਾ ਜਿਹੜਾ ਮਸੀਹ ਮਹਾਜਾਜਕ ਆ ਉੱਚੀ ਪਦਵੀ ਦਾ ਅਧਿਕਾਰੀ ਆ। ਔਰ ਉਹਦੀ ਜਿਹੜੀ ਪਦਵੀ ਆ ਉਹ ਕਿੱਥੋਂ ਤੱਕ ਆ? ਸਵਰਗ ਤੱਕ। ਇਹਨਾਂ ਦੀ ਪਦਵੀ ਕਿੱਥੇ ਸੀਗੀ? ਜ਼ਮੀਨ ਤੇ। ਹਾਲੇਲੂਇਆ। ਪਰ ਮਸੀਹ ਦੀ ਪਦਵੀ ਕਿੱਦਾਂ? ਉੱਚੀ ਪਦਵੀ ਹੈ। ਦੇਖੋ, ਉੱਚ ਪਦਵੀ ਦੁਆਰਾ, ਹਾਂ, ਉੱਚੀ ਪਦਵੀ ਦਾ ਅਧਿਕਾਰੀ ਆ। ਦੂਸਰਾ ਪੁਆਇੰਟ ਹੈ ਨਾ। ਔਰ ਇਹਦੇ ਲਈ ਇਸੇ ਗੱਲ ਨੂੰ ਹੋਰ ਸਮਝਣ ਲਈ 7 ਦੀ 1 ਵੀ ਪੜ੍ਹ ਲਓ ਇਬਰਾਨੀ। ये मलकीसदिक शालेम का राजा और परम प्रधान परमेश्वर का याजक हाँ। सर्वदा याजक बना रहता है। हाँ। जब इब्राहिम राजाओं को मारकर लौटा जाता था तो इसी ने उससे भेंट करके उसे आशीष दी। हाँ। सो ਇਹਦੇ ਤੇ ਤੁਸੀਂ ਲਿਖ ਲਓ 7 ਅਧਿਆਇ ਉਹਦੀ 1 ਤੋਂ 21 ਐਤ ਤੱਕ। ਜੋ ਤੁਸੀਂ ਘਰ ਜਾ ਕੇ ਇਹਨੂੰ ਪੜੋਗੇ ਇਸ ਹਿੱਸੇ ਨੂੰ, ਇਸ ਆਇਤ ਨੂੰ, ਤਾਂ ਤੁਹਾਨੂੰ ਕਲੀਅਰ ਹੋ ਜਾਊਗਾ ਕਿਸ ਪ੍ਰਕਾਰ ਉਹ ਉੱਚੀ ਪਦਵੀ ਦਾ ਹੈ, ਕਿਸ ਪ੍ਰਕਾਰ ਉਹ ਹਰੂਨ ਤੋਂ ਉੱਤਮ ਹੈ। ਤੀਸਰੀ ਗੱਲ ਦੇਖ ਲੈਨੇ ਆਪਾਂ, ਉੱਚੀ ਵਿਵਸਥਾ ਦਾ ਯਾਜਕ ਹੈ। ਨੰਬਰ 3 ਮਸੀਹ ਕੀ ਆ? ਉੱਚੀ ਵਿਵਸਥਾ। ਇੱਕ ਵਿਵਸਥਾ ਕਿਹਦੇ ਕੋਲ ਆ? ਹਰੂਨ ਕੋਲ ਆ। ਹਾਲੇਲੂਇਆ। ਉਹ ਵਿਵਸਥਾ ਜਿਹੜੀ ਸਿੱਧ ਬਣਾਉਂਦੀ ਹੈ। ਹਾਲੇਲੂਇਆ। ਉਹ ਵਿਵਸਥਾ ਜਿਹੜੀ ਸਮਝ ਲਓ ਇੱਕ ਕਿਸਮ ਦਾ ਸ਼ੀਸ਼ਾ ਦਿਖਾਉਂਦੀ ਆ, ਪਰ ਕਰ ਨਹੀਂ ਸਕਦੀ। ਇਸ ਲਈ ਯਿਸੂ ਮਸੀਹ ਕੀ ਆ? ਇੱਕ ਉੱਚੀ ਵਿਵਸਥਾ ਦਾ ਕੀ ਆ? ਜਾਜਕ ਹੋਇਆ ਹੈ। ਉੱਚੀ ਵਿਵਸਥਾ ਇੱਥੇ ਮਸੀਹ ਲਈ ਕਿਉਂ ਵਰਤੀ ਜਾ ਰਹੀ ਆ? ਕਿਉਂਕਿ ਜਦੋਂ ਹਰੂਨ ਨੂੰ ਜਿਹੜੀ ਵਿਵਸਥਾ ਦਿੱਤੀ ਗਈ ਉਹ ਸਰੀਰ ਦੇ ਨਾਲ ਸੰਬੰਧਿਤ ਆ, ਸਰੀਰਕ ਆ। ਕਿਹੜੀ ਆ ਭਲਾ? ਸਰੀਰਕ ਆ। ਪਰ ਜਿਹੜੀ ਅਵਸਥਾ ਯਿਸੂ ਮਸੀਹ ਲੈ ਕੇ ਆਇਆ ਉਹ ਕਿਹੜੀ ਆ? ਆਤਮਿਕ। ਹਾਲੇਲੂਇਆ। ਉਹ ਆਤਮਿਕ ਅਵਸਥਾ ਹੈ। ਆਤਮਿਕ ਅਵਸਥਾ ਕਿਉਂ ਆ? ਕਿਉਂਕਿ ਯਿਸੂ ਮਸੀਹ ਦੇ ਲਹੂ ਦੇ ਨਾਲ ਸਾਡੇ ਆਤਮਾ ਤੱਕ ਦਾ ਸ਼ੁੱਧੀਕਰਨ ਹੋਇਆ ਹੈ। ਹਾਲੇਲੂਇਆ। ਹੈ ਨਾ। ਇਸ ਲਈ ਉਹ ਆਤਮਿਕ ਹੈ। ਆਤਮਿਕ ਅਵਸਥਾ ਯਿਸੂ ਦੇ ਥਰੂ ਦੇਣ ਕਾਰਨ ਯਿਸੂ ਕੋਲ ਜਿਹੜੀ ਅਵਸਥਾ ਆ ਉਹ ਉੱਚੀ ਅਵਸਥਾ ਹੈ। ਹਾਲੇਲੂਇਆ। 7 ਦੀ 16 पढ़ो। जो शारीरिक आज्ञा की व्यवस्था के अनुसार नहीं, हाँ, शारीरिक आज्ञा की व्यवस्था अनुसार नहीं, पर अविनाशी जीवन की सामर्थ्य के अनुसार, अविनाशी जीवन की सामर्थ्य के अनुसार नियुक्त हो, हाँ, तो हमारा दावा और भी स्पष्टता से प्रकट हो गया। हाँ, हालेलुया। सो किया अविनाशी आ, अविनाशी होने के कारण की अवस्था ਉੱਚੀ ਆ ਉਹਦੇ ਨਾਲ। ਆਤਮਿਕ ਅਵਸਥਾ ਹੋਣ ਦੇ ਕਾਰਨ ਉੱਚੀ ਆ ਉਹਦੇ ਨਾਲ, ਜਿਹੜੀ ਕਿਹਦੇ ਕੋਲ ਆ ਭਲਾ? ਹਰੂਨ ਦੇ ਕੋਲ ਆ। ਹਾਲੇਲੂਇਆ। ਕਿਉਂਕਿ ਹਰੂਨ ਦੀ ਅਵਸਥਾ ਵਿੱਚ ਜਿੰਨੇ ਵੀ ਮਟੀਰੀਅਲ ਇਸਤੇਮਾਲ ਹੋਣੇ ਆ ਆਰਾਧਨਾ ਦੇ ਲਈ,
ਲੋਕਾਂ ਦੇ ਲਈ ਜਾਂ ਕੁਝ ਕਿਸੇ ਵੀ ਵਿਧੀ ਕਾਨੂੰਨ ਨੂੰ ਪੂਰਾ ਕਰਨ ਲਈ, ਉਹ ਸਾਰੇ ਦਾ ਸਾਰਾ ਮਟੀਰੀਅਲ ਕਿੱਥੇ ਦਾ ਆ? ਸਮਾਨ ਕਿੱਥੇ ਦਾ? ਧਰਤੀ ਦਾ, ਜ਼ਮੀਨ ਦਾ, ਸੰਸਾਰ ਦਾ, ਸਰੀਰ ਦਾ। ਹਾਲੇਲੂਇਆ। ਪਰ ਜਿੰਨਾ ਹੁਣ ਯਿਸੂ ਕੋਲ ਸਮਾਨ ਆ, ਉਹ ਸਾਰਾ ਕਿੱਥੇ ਦਾ ਆ? ਸਵਰਗ ਦਾ ਆ। ਹਾਲੇਲੂਇਆ, ਹਾਲੇਲੂਇਆ। ਇਸ ਲਈ ਜਦੋਂ ਯਿਸੂ ਨੇ ਧੂਪ ਦੀ ਨਿਆਈ ਆਪਣੇ ਆਪ ਨੂੰ ਦੇ ਦਿੱਤਾ ਨਾ, ਫਿਰ ਖੁਦਾ ਨੇ ਕਿਹਾ ਹੁਣ ਹਰੂਨ ਹੋਣਾ ਵਾਲੀ ਧੂਪ ਦੀ ਲੋੜ ਹੈ ਨਹੀਂ। ਹਾਲੇਲੂਇਆ। ਜਦੋਂ ਯਿਸੂ ਨੇ ਆਪਣਾ ਲਹੂ ਦੇ ਦਿੱਤਾ, ਕਹਿੰਦਾ ਹੁਣ ਕੋਈ ਬੱਕਰਾ, ਹੁਣ ਭੇਡ ਵੱਢ ਹੋਣੀ ਨਹੀਂ, ਬਸ। ਹਾਲੇਲੂਇਆ। ਇਹ ਹੈ। ਸੋ ਚੌਥੀ ਗੱਲ, ਪਹਿਲਾਂ ਆਪਾਂ ਕੀ ਦੇਖਿਆ? ਮੈਨੂੰ ਸੁਣਾਓ ਪੜ੍ਹ ਕੇ। ਹਾਂ, ਮਸੀਹ ਤੇ ਹਾਰੂਨ ਦੇ ਵਿੱਚ ਅੰਤਰ ਕੀ ਆ? ਮਸੀਹ ਕੀ ਕਰ ਰਿਹਾ ਆ? ਜੋ ਹਾਰੂਨ ਕੋ ਹੁੰਦਾ ਨਹੀਂ। ਦੂਸਰਾ, ਉੱਚੀ ਪਦਵੀ ਦਾ ਅਧਿਕਾਰੀ ਆ, ਤੇ ਜਿਹੜਾ ਆਪਣਾ ਹਾਰੂਨ ਆ ਉਹ ਹੈ ਨਹੀਂ। ਤੀਸਰਾ, ਉੱਚੀ ਅਵਸਥਾ ਦਾ ਕੀ ਆ? ਉਹ ਜਾਜਕ ਆ। ਹੁਣ ਚੌਥੀ ਗੱਲ, ਇੱਕ ਅਨੰਤਕਾਲੀਨ ਜਾਜਕ, ਯਾਨੀ ਕਿ ਜਿਹਦੇ ਉਹ ਕਾਲ ਜਿਹੜੇ ਆ ਨਾ ਉਹ ਮੁੱਕਦੇ, ਸਮੇਂ ਜਿਹੜੇ ਆ ਉਹ ਮੁੱਕਦੇ ਨਹੀਂ। ਕਿਉਂਕਿ ਉਹ ਕਿੱਦਾਂ ਸੀਗਾ? ਹਾਰੂਨ ਦੇ ਸਮਿਆਂ ਦਾ ਕੀ ਹੋ ਗਿਆ? ਇੱਕ ਟਾਈਮ ਜ਼ਮੀਨ ਤੇ ਸੇਵਾ ਕਰਦੇ ਕਰਦੇ ਉਹਦਾ ਟਾਈਮ ਕੀ ਹੋ ਗਿਆ? ਖਤਮ ਹੋ ਗਿਆ। ਪਰ ਮਸੀਹ ਦਾ ਟਾਈਮ ਖਤਮ ਹੁੰਦਾ ਨਹੀਂ। ਇਸ ਲਈ ਕੀ ਆ? ਉਹ ਇੱਕ ਅਨੰਤਕਾਲੀਨ ਕੀ ਆ? ਜਾਜਕ। ਉਹਦੇ ਲਈ ਆਪਾਂ ਵਚਨ ਪੜ੍ਹ ਲੈਨੇ ਆ। ਇਬਰਾਨੀਓ 7:16 ਤੇ 17। इब्रानियों 7 अध्याय 16 ते 17 आयत। जो शारीरिक आज्ञा की व्यवस्था के अनुसार नहीं, हाँ, पर अविनाशी जीवन की सामर्थ के अनुसार नियुक्त हो, हाँ, तो हमारा दावा और भी स्पष्टता से प्रकट हो गया, हाँ, क्योंकि उसके विषय में ये गवाही दी गई है, हाँ, कि तू मरकिसदी की रीति पर युगानुयुग याजक है। हाँ, सदा काल दा किया भला याजक। हालेलुया, हालेलुया। हाँ जी। फिर अगे 21 आयत वे दे नाल रिलेटेड पढ़ दी। इससे गल दे नाल रिलेटेड एक आयत और पढ़ लिए 21 आयत। क्योंकि वह तो बिना शपथ याजक ठहराए गए, पर ये शपथ के साथ उसकी ओर से नियुक्त किया गया, जिसने उसके विषय में कहा कि प्रभु ने शपथ खाई और ये उससे फिर ना पछताएगा कि तू युगानुयुग याजक है। हाँ, युगानुयुग किया। हाँ, ਇਹਦੇ ਲਈ ਕਿਹੜੀ अपना शपथ खाधी गई है कि तू मलके सिदक दी पदवी ते युगां युग दा किया। हालेलुया, युगां युग दा जाजक। आज पंजवीं गल, मसीह एक सर्वशक्तिमान अते ਅਤੇ अधिक लाभदायक वाचा ਦਾ याजक है। वो एक सर्वशक्तिमान भी आ ਜਿਹੜਾ ਕਿ ਹਾਰੂਨ ਹੈਗਾ ਨਹੀਂ ਸੀ, ਤੇ ਜਿਹੜਾ ਉਹਦੇ ਨਾਲੋਂ ਵੀ ਅਧਿਕ ਲਾਭਦਾਇਕ, ਕਿਉਂਕਿ ਉਹ ਗੱਲਾਂ ਜਿਹੜੀਆਂ ਸੀ ਕਾਹਦੇ ਨਾਲ ਸੀਗੀਆਂ? ਇਕੱਲੀਆਂ ਸਰੀਰ ਦੇ ਨਾਲ ਹੀ ਸੀਗੀਆਂ। ਪਰ ਜਿਹੜੀਆਂ ਮਸੀਹ ਦੀ ਵਿਧੀਆਂ ਸਾਨੂੰ ਆਉਂਦੀਆਂ ਉਹ ਕਿੱਥੋਂ ਤੱਕ ਆ? ਆਤਮਾ ਤੇ ਪ੍ਰਾਣ ਤੱਕ। ਹਾਲੇਲੂਇਆ। ਉਹ ਲਾਭਦਾਇਕ ਹੈ ਉਹਦੇ ਨਾਲੋਂ ਜ਼ਿਆਦਾ। ਜਿਹੜੀ ਵਾਚਾ ਆ ਉਹ 'ਚ ਜ਼ਿਆਦਾ ਲਾਭਦਾਇਕ ਹੈ। हाँ, मसीह एक सर्वशक्तिमान अते अधिक लाभदायक, यानी कि ज्यादा लाभदायक है, हारून नालों ज्यादा लाभदायक वाचा दा याजक है। गल समझे? मतलब पॉइंट समझ लो। हो गया समझ? की है भला? मसीह एक सर्वशक्तिमान है ते ओ एक अधिक लाभदायक, अधिक लाभदायक वाचा दा याजक, लाभदायक वाचा। ਤੇ ਉਹ ਕੱਲੀ ਲਾਭਦਾਇਕ ਵਾਚਾ ਨਹੀਂ, ਕਿੱਦਾਂ ਦੀਆਂ? ਅਧਿਕ ਲਾਭਦਾਇਕ। ਕਿਉਂਕਿ ਲਾਭ ਤਾਂ ਸਰੀਰ ਦੀ ਅਵਸਥਾ ਵਾਲੀ ਵਾਚਾ ਦੇ ਨਾਲ ਵੀ ਦਿੱਤੇ ਗਏ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਉਹ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰੂਗਾ? ਸੁਰੱਖਿਆ ਕਰੂਗਾ। ਤੁਹਾਡੇ ਹਰ ਗੱਲ ਦੇ ਵਿੱਚ ਚੀਜ਼ ਦੇ ਵਿੱਚ ਕੀ ਹੋਊਗੀ? ਆਸ਼ੀਸ਼ ਹੋਊਗੀ, ਬਰਕਤ ਹੋਊਗੀ। ਪਰ
ਉਹ ਜਿਹੜੀ ਬਰਕਤ ਆ ਜਿੰਨੀ ਵੀ ਹੋਊਗੀ ਉਹ ਇੱਕ ਟਾਈਮ ਤੇ ਕੀ ਹੋ ਜਾਊਗੀ, ਖਤਮ ਹੋ ਜਾਊ। ਪਰ ਜਿਹੜੀ ਹੁਣ ਬਰਕਤ ਮਸੀਹ ਯਾਜਕ ਹੋਣ ਦੇ ਕਾਰਨ ਸਾਨੂੰ ਮਿਲ ਰਹੀ ਆ, ਉਹ ਕਿੱਦਾਂ ਦੀ ਆ, ਅਨੰਤ ਕਾਲੀਨ ਆ। ਉਹ ਬਰਕਤ ਮੁੱਕਣੀ ਨਹੀਂ। ਹਾਲੇਲੂਇਆ। ਪਰ ਕੱਲ ਫਿਰ ਉੱਥੇ ਆ ਜਾਂਦੀ ਆ, ਸਮਝਾਓ। ਉਹ ਪਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਹਿਣਾ ਪੈਣਾ। ਡਾਕਟਰ ਸਾਹਿਬ ਬਹੁਤ ਕੁਝ ਸਹਿਣਾ ਪੈਣਾ। ਹਾਲੇਲੂਇਆ। ਉਹ ਪਾਉਣ ਲਈ ਸਾਡੇ ਬੜੇ ਮੂਡ ਅਪਸੈਟ ਹੋਣੇ, ਬੜੀ ਵਾਰੀ ਹੋਣੇ, ਬਹੁਤ ਕੁਝ ਹੋਣਾ। ਠੀਕ ਆ। ਉਹ ਸ਼ਕਤੀਆਂ ਜਿਹੜੀਆਂ ਨਾ, ਜਿਹੜੇ ਤੁਹਾਨੂੰ ਦਿੱਤੀਆਂ ਗਈਆਂ 75, ਇਹ ਤਾਂ 75 ਹੀ ਆ, ਅਣਗਿਣਤ ਆਉਦਾ, ਜਿੱਦਾਂ ਜਿੱਦਾਂ ਅਸੀਂ ਸਾਨੂੰ ਮਿਲਦੇ ਜਾਣਗੇ ਤੁਹਾਨੂੰ ਦੇ ਜਾਵਾਂਗੇ। ਉਹ ਸਾਰਿਆਂ ਨੇ ਪੂਰਾ ਜ਼ੋਰ ਲਾਉਣਾ ਹੈ ਨਾ। ਪਹਿਲਾਂ ਉਹਨੇ ਕੱਲੀ ਨੇ ਆ ਕੇ ਦੇਖਣਾ ਹੈ, ਤੇ ਜੇ ਕੱਲੀ ਕੋਈ ਗੱਲ ਨਹੀਂ ਬਣੀ ਤਾਂ ਕਿੱਦਾਂ ਆਉਣਾ। ਸਾਰਿਆਂ ਨੇ, ਉਧਰੋਂ ਮਾਂ ਵੀ ਪੈ ਗਈ, ਪਿਓ ਵੀ ਪੈ ਗਿਆ, ਘਰ ਵਾਲੀ ਵੀ ਪੈ ਗਈ, ਸਾਰੇ ਪੈ ਗਏ, ਆ ਜਾਓ ਬੰਦਾ ਇਹ ਠੀਕ ਨਹੀਂ ਗਾ। ਹਾਲੇਲੂਇਆ। ਕੀ ਕਹਿਣਾ, ਮੈਂ ਉਹਦੇ ਲਈ ਵੀ ਕੀਤਾ, ਮੈਂ ਉਹਦੇ ਲਈ ਵੀ ਸਭ ਕੁਝ, ਉਹਦੇ ਲਈ ਕਿਸੇ ਨੇ ਕਦਰ ਕੀਤੀ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਉਹ ਜਿਹੜੀ ਅਸਮਾਨ ਵਾਲੀ ਆਸ਼ੀਸ਼ ਆ, ਜਿਹੜੀ ਅਵਿਨਾਸ਼ੀ ਆਸ਼ੀਸ਼ ਆ ਨਾ, ਉਹਦੇ ਲਈ ਸਾਨੂੰ ਫਿਰ ਇੱਕ ਭਗਤੀ ਦਾ ਲੈਵਲ ਵੀ ਕਿੱਦਾਂ ਦਾ ਬਣਾਉਣਾ ਪੈਣਾ ਆ, ਆਮ ਭਗਤੀ ਵਾਲਿਆਂ ਤੋਂ ਉੱਚਾ। ਵਚਨ ਚ ਲਿਖਿਆ, ਜੇ ਧਰਮ ਇਹਨਾਂ ਗ੍ਰੰਥੀਆਂ ਤੇ ਫਰੀਸੀਆਂ ਤੋਂ ਵੱਧ ਕੇ ਤੁਹਾਡਾ ਧਰਮ ਨਾ ਹੋਵੇ ਤੇ ਕਿਸੇ ਵੀ ਵਿਦ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਇਹ ਵੀ ਹੋਣਾ ਹੈ। ਕਰੇ ਰਾਮ ਭਾਈ ਪੜ੍ਹੀ ਜਾਂਦੇ ਨਾ, ਉਹ ਜਿਹੜੇ ਸ਼ਕਤੀਆਂ ਨੱਟ ਜਾਂਦੇ ਨਾ ਸਾਰੇ ਰਲ ਕੇ ਬੈਠ ਕੇ, ਸਾਰੇ ਨੇ ਆਮੀਨ ਕਰਦੇ, ਬਾਕੀ ਸਾਰੇ ਜਣੇ ਨਾਲ ਜਦੋਂ ਤੇ ਡਾਂਟ ਰਹੇ ਹੁੰਦੇ ਆ, ਬਾਕੀ ਸਾਰੇ ਨਹੀਂ ਇਹ ਸੁੱਤੇ ਹੁੰਦੇ ਜਾਂ ਕਰਦਾ ਨਾ। ਅੱਛਾ, ਉਹ ਇਹਨਾਂ ਨੂੰ ਫੜਿਆ ਹੁੰਦਾ। ਇਹ ਵੀ ਆਪਣੇ ਪਰਿਵਾਰ ਤੇ ਆਪੇ ਲਾਗੂ ਕਰਨਾ ਹੋਣਾ। ਮੈਂ ਕਿਸੇ ਨੇ ਹੋ ਜਾਂਦੇ ਲੇਟ ਫੇਟ, ਤੇ ਮੈਂ ਉਹਨੂੰ ਕਹਿੰਦਾ ਚਲੋ ਪਹਿਲਾਂ ਸ਼ਕਤੀਆਂ ਨੂੰ ਡਾਂਟੋ, ਇਹ ਆਦਤ ਪਾ ਲਓ। ਕੀ ਪਾ ਲਓ ਭਲਾ? ਆਦਤ ਹੈ ਨਾ। ਜਿਹੜਾ ਬੱਚਾ ਵੀ ਸੁਰਤ ਵਾਲਾ ਨਾ, ਜੇਕਰ ਉਹ ਪੜ੍ਹ ਸਕਦਾ ਆ ਤੇ ਉਹਨੂੰ ਪੜ੍ਹਨ ਤੇ, ਨਹੀਂ ਤਾਂ ਉਹਨੂੰ ਨਾ ਜਿੱਦਾਂ ਆਪਾਂ ਮੂੰਹ ਜਵਾਨੀ ਕਿਤਾਬਾਂ ਦੇ ਨਾਲ ਰਟਾ ਦਈਏ, ਉਹਨੂੰ ਸ਼ਕਤੀਆਂ ਦੇ ਨਾਮ ਕੀ ਕਰ ਦਿਓ, ਰਟਾ ਦਿਓ। ਹਾਲੇਲੂਇਆ। ਇਹਨਾਂ ਨੂੰ ਤਾਂ ਇਦਾਂ ਰਿੜਕੋ, ਇਹ ਕਹਿਣਾ ਵੀ ਅਸੀਂ ਆ ਕੇ ਇਹਨਾਂ ਦੇ ਹੱਥ 'ਚ ਗਈਆਂ, ਆਹ ਹੀ ਝੋਂਡਾ ਜਿਹੜਾ ਹੱਥ ਧੋ ਕੇ ਸਾਡੇ ਪਿੱਛੇ ਪੈ ਗਿਆ। ਔਰ ਇੱਕ ਜਣਾ ਕਹਿੰਦਾ ਆ, ਇਹਨਾਂ ਦੇ ਜਿੰਨੇ ਜਣੇ ਵੀ ਉਹ ਕੱਲੇ ਕਹਿੰਦਾ ਆ, ਮੇਰੇ ਜੀਵਨ 'ਚੋਂ, ਮੇਰੇ ਪਰਿਵਾਰ ਦੇ ਜੀਵਨ 'ਚੋਂ, ਸਾਡੇ ਝੁੰਡ 'ਚੋਂ ਸਾਰੇ ਇੱਕ ਦੂਸਰੇ ਦੇ ਦੁਆਲੇ ਹੋ ਗਏ ਵੀ, ਯਾਨੀ ਕਿ ਕਿਸੇ ਤੇ ਵੀ ਇਹ ਰਹਿਣੀ ਚਾਹੀਦੀ ਨਹੀਂ। ਹਾਲੇਲੂਇਆ। ਹਾਂਜੀ, ਆਸ ਪੜੋਸੀ ਵੀ ਐਡ ਕਰ ਲਓ। ਹਾਂ ਬਿਲਕੁਲ। ਤੇਰੇ ਮੂੰਹ ਚੋਂ ਨਿਕਲ ਜਾਂਦਾ ਆਸ ਪੜੋਸੀ ਆ, ਤਮਾਮ ਰਿਸ਼ਤੇਦਾਰ। ਹਾਂ, ਕਹਿ ਸਕਦੇ ਤੁਸੀਂ ਉਹਨਾਂ ਨੂੰ ਛੱਡ ਜੇ, ਕਿਉਂਕਿ ਉਹਨਾਂ ਨੂੰ ਛੱਡੂਗੀ ਤੇ ਉਹ ਰਿਸ਼ਤੇਦਾਰ ਤੁਹਾਡੇ ਨਾਲ ਸੰਪਰਕ ਕਰਨਗੇ, ਸਾਨੂੰ ਵੀ ਪ੍ਰਭੂ ਦੇ ਨਾਲ ਮਿਲਾ ਦਿਓ। ਹਾਲੇਲੂਇਆ। ਅਜੇ ਬੜੇ ਹੀ ਆ, ਇੱਕ ਲਿਸਟ ਬੜੀ ਤਕੜੀ ਆ ਰਹੀ ਹੈ ਪਿੱਛੇ। ਇਹਦੇ ਵਿਸ਼ਾ ਵੀ ਆ, ਮੈਂ ਐਤਵਾਰ ਨੂੰ ਪ੍ਰਭੂ ਚਾਹੂਗਾ ਤੇ ਲਵਾਂਗੇ, ਹੁਣ ਸ਼ੁਰੂ ਕਰਾਂਗੇ ਵਿਸ਼ਾ। ਕਿੰਨਾ ਲੰਬਾ ਉਹਦੇ ਬਾਰੇ ਪਤਾ ਨਹੀਂ, ਪਰ ਉਹ ਲੈ ਲਵਾਂਗੇ ਤੇ ਉਹਦੇ 'ਚ ਆਪਾਂ ਇਹਨਾਂ ਸ਼ਕਤੀਆਂ ਨੂੰ ਪਹਿਲਾਂ ਸਮਝ ਲਵਾਂਗੇ, ਕਿੱਦਾਂ ਇਹ ਕਾਰਜ ਕਰਦੀਆਂ, ਕੰਮ ਕਰਦੀਆਂ, ਤੇ ਕਿੱਦਾਂ ਰੂਪ ਬਦਲ ਲੈਂਦੀਆਂ। ਕੀ ਕਰ ਲੈਂਦੀਆਂ? ਅਸੀਂ ਸੰਤੁਸ਼ਟ ਹੋਏ ਨੇ, ਬਸ ਬਈ ਆਪਾਂ ਡਾਂਟ ਕੇ ਆਈ ਨਹੀਂ ਬਾਅਦ 'ਚ। ਹਾਲੇਲੂਇਆ। ਉਹ ਆਈ ਨਹੀਂ, ਤੂੰ ਮੂੰਹ 'ਚੋਂ ਗਾਲਾਂ ਕੱਢਣੀਆਂ ਬੰਦ ਕਰਤੀਆਂ, ਪਰ ਮਨ ਤੇਰਾ ਹਜੇ ਵੀ ਕੱਢੀ ਜਾਂਦਾ। ਮੈਂ ਬੇਬਸ ਹਾਂ, ਮੂੰਹ 'ਚੋਂ ਨਹੀਂ ਕੱਢਣੀ, ਹੈਗਾ ਬੜਾ ਫਲਾਨਾ ਹੈ। ਹਾਲੇਲੂਇਆ। ਹਾਲੇਲੂਇਆ। ਫਿਰ ਕਿੱਦਾਂ ਹੋਣਾ ਹੈ? ਉਹਨੇ ਰੂਪ ਬਦਲ ਕੇ ਕੀ ਕਰਨਾ? ਰੂਪ ਬਦਲ ਕੇ ਫਿਰ ਉਹਨੇ ਉਸ ਥਾਂ ਤੇ ਆਉਣਾ ਆ ਜਿਹੜਾ ਜ਼ਿਆਦਾ ਖਤਰਨਾਕ, ਜਿਹਦੀ ਜ਼ਿਆਦਾ ਰਕਸ਼ਾ ਕਰਨੀ ਚਾਹੀਦੀ। ਅਜੇ ਤੇ ਜ਼ੁਬਾਨ ਤੇ ਆ, ਬਾਅਦ 'ਚ ਇਹਨਾਂ ਨੇ ਕਿੱਥੇ ਆਣਾ ਹੈ? ਵਿਚਾਰਾਂ 'ਚ ਆ ਜਾਣਾ, ਮਨ ਵਿੱਚ ਆ ਜਾਣਾ। ਇਸ ਲਈ ਇਹਨਾਂ ਨੂੰ ਡਾਂਟੋ, ਇਹਨਾਂ ਨਾਲ ਲੜੋ, ਔਰ ਇਹਨਾਂ ਸ਼ਕਤੀਆਂ ਦੇ ਨਾਲ ਲੜਨਾ ਹੀ ਸਾਡਾ ਯੁੱਧ ਆ। ਹੋਰ ਕੋਈ ਯੁੱਧ ਥੋੜੀ ਆਪਾਂ ਲੜੀ ਜਾਂਦੇ ਘਰ ਵਾਲਿਆਂ ਨਾਲ। ਸਾਡੀ ਲੜਾਈ ਲਹੂ ਮਾਸ ਦੇ ਨਾਲ ਹੈਗੀ ਨਹੀਂ, ਇਹਨਾਂ ਸ਼ਕਤੀਆਂ ਦੇ ਨਾਲ, ਇਹਨਾਂ ਤਾਕਤਾਂ ਦੇ ਨਾਲ ਹੈ। ਇਹਨਾਂ ਨੂੰ ਡਾਂਟ ਕੇ ਤਾਂ ਦੇਖੋ। ਹਾਲੇਲੂਇਆ। ਤੁਸੀਂ ਦੇਖੋ ਤੁਹਾਡੇ ਵਿੱਚ ਕਿੰਨਾ ਇੱਕ ਸਮਰਪਣ ਫੀਲ ਹੋਗਾ, ਕਿੰਨਾ ਇੱਕ ਅਧਿਕਾਰ ਹੋਗਾ, ਕਿੰਨਾ ਇੱਕ ਦਲੇਰੀ ਹੋਊਗੀ ਉਹਦੇ ਤਾਕਤ ਦੇ ਸਾਹਮਣੇ ਖੜੇ ਹੋਣ ਦੀ। ਹਾਲੇਲੂਇਆ। ਜਦੋਂ ਅਸੀਂ ਇਹਨਾਂ ਨੂੰ ਕੀ ਕਰਾਂਗੇ? ਡਾਂਟਾਂਗੇ। ਹਾਲੇਲੂਇਆ। ਕਿੰਨੇ ਪੜੀ ਆਇਤ?
जो 7 दिन नहीं पढ़ोगे नहीं ना ना माफ करना कितना सीगा पंजवा नंबर हाँ पंजवा नंबर 7 नहीं 18 मसीह एक सर्वशक्तिमान और अधिक लाभदायक वाचा दा किया जाजक है शक्तिमान ਤਾਂ ਸੀ ਹरून ਵੀ ਕਿਉਂਕਿ ਉਹਦੇ ਕੋਲ ਕਿਸੇ ਦੇ ਅਧਿਕਾਰ ਸੀ ਹਾਲੇਲੂਇਆ ਸ਼ਕਤੀ ਉਹਦੇ ਕੋਲ ਸੀ ਮੱਸਾ ਉਹਦੇ ਕੋਲ ਸੀ ਪਰ ਉਹ ਸਰਵ ਸ਼ਕਤੀਮਾਨ ਨਹੀਂ ਸੀ ਹਾਲੇਲੂਇਆ ਹਾਂ ਪੜ੍ਹ ਲਓ 18 निदान पहली आज्ञा निर्बल और निष्फल होने के कारण लोप हो गई। हाँ पहली ਜਿਹੜੀ ਵਾਚਾ ਸੀਗੀ ਉਹ ਕੀ ਹੋ ਗਈ ਭਲਾ लोप हो गई। ਨਿਰਬਲ ਹੋਣ ਦੇ ਕਾਰਨ ਕੀ ਹੋ ਗਈ ਅਲੋਪ ਹੀ ਹੋ ਗਈ ਹਾਲੇਲੂਇਆ ਇਹਦਾ ਮਤਲਬ ਆ ਜਿਹੜੀ ਹਾਰੂਨ ਦੇ ਥਰੂ ਵਾਚਾ ਸੀਗੀ ਉਹ ਕਿਸੇ ਨਿਰਬਲ ਸੀ ਜੇ ਹਾਰੂਨ ਦਾ ਸਰਵ ਸ਼ਕਤੀਮਾਨ ਤੇ ਵਾਚਾ ਕਿਦਾਂ ਦੀ ਹੋਣੀ ਸੀ ਮਜ਼ਬੂਤ ਹੋਣੀ ਸੀ ਨਾ ਹੈਨਾ ਤਕੜੀ ਹੋਣੀ ਸੀ ਪਰ ਉਹ ਕੀ ਹੋ ਗਈ ਨਿਸ਼ਫਲ ਹੋ ਗਈ ਹਾਲੇਲੂਇਆ ਯਾਨੀ ਕਿ ਉਹਦੇ ਤੋਂ ਕੋਈ ਫਲ ਆਤਮਾ ਵਿੱਚ ਮਿਲਿਆ ਨਹੀਂ ਆਤਮਾ ਦਾ ਫਲ ਉਹਦੇ ਚੋਂ ਪ੍ਰਗਟ ਹੋਇਆ ਨਹੀਂ ਅੱਜ 6ਵੀਂ ਗੱਲ ਫਿਰ ਪ੍ਰਾਰਥਨਾ ਕਰ ਮਸੀਹ ਇੱਕ ਉੱਤਮ ਆਸ਼ਾ ਦਾ ਯਾਜਕ ਹੈ ਮਸੀਹ ਕੀ ਹੈ ਭਲਾ ਇੱਕ ਉੱਤਮ ਆਸ਼ਾ ਦਾ ਕੀ ਆ ਯਾਜਕ इब्रानियों 7:19 है इसलिए कि व्यवस्था ने किसी बात की सिद्धि नहीं की और उसके स्थान पर एक ऐसी उत्तम आशा रखी गई है हाँ। जिसके द्वारा हम परमेश्वर के समीप जा सकते हैं। उत्तम आशा रखी गई या उत्तम आशा कौन लेके आया भाई यीशु मसीह हालेलुया इसलिए ਆਪਾਂ ਇਹ ਹੁਣ ਤੱਕ 6 ਗੱਲਾਂ ਦੇ ਵਿੱਚ ਆਪਾਂ ਦੇਖਿਆ ਆ ਮਸੀਹ ਹਾਰੂਨ ਦੇ ਨਾਲੋਂ ਕੀ ਆ ਭਲਾ ਉੱਤਮ ਆ ਇਹਨਾਂ ਵਿੱਚ ਅੰਤਰ ਦੇਖੀਏ ਤੇ ਇਹਨਾਂ ਵਿੱਚ ਉੱਤਮ ਕੌਣ ਆ ਮਸੀਹ ਕਿਉਂਕਿ ਉਹ ਸਿੱਧ ਬਣਾਉਂਦਾ ਔਰ ਦੂਸਰਾ ਕੀ ਆ ਬੋਲੀਏ ਉੱਚ ਪਦਵੀ ਦਾ ਅਧਿਕਾਰੀ ਆ ਤੀਸਰਾ ਉੱਚੀ ਅਵਸਥਾ ਦਾ ਜਾਜਕ ਆ अनंतकालीन जाजक या सर्वशक्तिमान और अधिक लाभदायक वाचा दा जाजक या मसीह उत्तम आशा दा किया भला जाजक या हालेलुया सो आई प्रभु धन्यवाद ਅੱਜ ਅੱਛੇ ਸਮੇਂ ਲਈ ਬੈਠ ਕੇ ਵਚਨ ਸਿੱਖ ਲਿਆ ਹੈ ਪ੍ਰਭੂ ਇਸ ਵਚਨ ਨੂੰ ਸਾਡੇ ਜੀਵਨ 'ਚ ਲਾਗੂ ਹੋਣ 'ਚ ਵੀ ਮਦਦ ਕਰੋ ਔਰ ਵੱਡੀ ਕਿਰਪਾ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਉਹ ਸਾਡੇ ਖੁਦਾ ਦਾ ਫਜ਼ਲ ਬਾਪ ਦੀ ਮੁਹੱਬਤ ਪਿਤਾ ਆਤਮਾ ਫਾਖਸ਼ਾ ਕੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਾਂ ਨਾਲ ਹੁੰਦੀ ਰਹੇ ਆਮੀਨ ਹਾਲੇਲੂਇਆ।